ਅੱਜ ਦਾ ਆਪਣਾ ਜਿਹੜਾ ਟੌਪਿਕ ਹੈ ਉਹ ਹੈ ਕੰਪੋਜੀਸ਼ਨ ਆਫ ਫੰਕਸ਼ਨਸ। ਸਾਡੇ ਕੋਲ ਜੇ ਦੋ ਫੰਕਸ਼ਨ ਹੋਣ f from a to b and g from b to c, be two functions, then a function GOF from a to c मतलब f ਦੇ ਡੋਮੇਨ ਤੋਂ ਲੈ ਕੇ g ਦੇ ਕੋਡੋਮੇਨ ਤੱਕ, f ਦੇ ਡੋਮੇਨ ਤੋਂ g ਦੇ ਕੋਡੋਮੇਨ, a ਤੋਂ c ਧਿਆਨ ਨਾਲ ਸਮਝ ਲੈਣਾ। GOF ਇੱਕ ਫੰਕਸ਼ਨ ਹੋਵੇ ਜਿਹਨੂੰ ਅਸੀਂ ਇਸ ਤਰੀਕੇ ਨਾਲ ਡਿਫਾਈਨ ਕਰ ਸਕਦੇ ਹਾਂ, GOF x equals to g of fx। GOF x ਦਾ ਮਤਲਬ ਕਿਸੇ ਫੰਕਸ਼ਨ x ਕੀ ਹੋਏਗਾ, a ਦਾ ਐਲੀਮੈਂਟ ਹੁੰਦਾ। x ਹਮੇਸ਼ਾ ਹੀ ਜਿਹੜੇ ਫੰਕਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ ਉਹਦੇ ਡੋਮੇਨ ਦਾ ਐਲੀਮੈਂਟ ਹੁੰਦਾ। ਤਾਂ ਇਹਦੇ ਡੋਮੇਨ a ਦੇ ਵਿੱਚੋਂ ਕੋਈ x ਅਸੀਂ ਐਲੀਮੈਂਟ ਲੈ ਲਿਆ, ਉਹਦੇ ਤੇ ਆ ਫੰਕਸ਼ਨ ਲਾ ਰਹੇ ਹਾਂ ਜਿਹੜਾ ਅਸੀਂ ਹੁਣ ਡਿਫਾਈਨ ਕਰਿਆ, GOF ਇਹਦਾ ਨਾਂ ਹੈ। ਜਿਵੇਂ f ਨਾਂ ਹੈ, g ਨਾਂ ਹੈ, ਇਸੇ ਤਰ੍ਹਾਂ GOF ਵੀ ਨਾਂ ਹੀ ਹੈ ਇੱਕ ਤਰੀਕੇ ਨਾਲ ਸਮਝੋ। GOF ਇੱਕ ਫੰਕਸ਼ਨ ਹੈ, ਉਹ ਤੇ ਜਦੋਂ ਆਪਾਂ ਐਲੀਮੈਂਟ x ਦੇ ਉੱਤੇ ਉਹ ਫੰਕਸ਼ਨ ਲਾਵਾਂਗੇ ਤਾਂ ਉਹਦੀ ਇਮੇਜ ਕਿੱਦਾਂ ਦੀ ਬਣੇਗੀ, g of fx। ਜਿਵੇਂ gx ਦੀ ਤੁਹਾਨੂੰ ਵੈਲਿਊ ਪਤਾ ਹੋਏਗੀ, ਉਹਦੇ 'ਚ fx ਭਰ ਦਿਆਂਗੇ x ਦੀ ਥਾਂ ਤੇ। ਅੱਗੇ ਆਪਾਂ ਇਹਨੂੰ ਡਿਟੇਲ ਜਦੋਂ ਕਰਾਂਗੇ ਉਦੋਂ ਸਮਝ ਆਏਗੀ। ਤਾਂ GOF x ਦਾ ਕੀ ਵੈਲਿਊ ਹੋਏਗੀ, g of fx for all x belongs to a is called composition of f and g। GOF ਵੀ ਹੁੰਦਾ, ਇਸੇ ਤਰ੍ਹਾਂ FOG ਵੀ ਹੁੰਦਾ, ਉਹ ਆਪਾਂ ਫਿਰ ਡਿਸਕਸ ਕਰਦੇ ਹਾਂ। ਪਹਿਲਾਂ ਇੱਕ ਨੂੰ ਸਮਝ ਲਈਏ। ਆ ਸਾਡੇ ਕੋਲੇ A ਸੈੱਟ ਹੈ, ਆ B ਸੈੱਟ ਹੈ, ਆ C ਸੈੱਟ ਹੈ। ਇੱਕ ਫੰਕਸ਼ਨ ਹੈ f from a to b ਤੇ g ਹੈ b to c। ਤਾਂ GOF ਕੀ ਹੋ ਜਾਏਗਾ, a to c ਇੱਕ ਫੰਕਸ਼ਨ। GOF ਕੀ ਹੋਏਗਾ, a to c। ਠੀਕ ਹੈ ਜੀ। ਆ ਇਹਦੇ ਵਿੱਚ ਦੇਖੋ, ਥੋੜਾ ਜਿਹਾ ਧਿਆਨ ਨਾਲ ਦੇਖ ਲਓ। ਆ ਜਿਹੜਾ B ਹੈ, a ਦਾ ਤਾਂ ਹੈਗਾ ਇਹ ਕੋਡੋਮੇਨ ਤੇ ਸੌਰੀ f ਦਾ ਤਾਂ ਹੈਗਾ ਕੋਡੋਮੇਨ ਤੇ g ਦਾ ਹੈਗਾ ਇਹ ਡੋਮੇਨ। ਇਹਦੇ ਵਿੱਚ ਆ ਜਿਹੜਾ ਸ਼ੇਡਡ ਪਾਰਟ ਹੈ ਇਹ ਕੀ ਹੈ, ਇਹ f ਦੀ ਰੇਂਜ ਹੈ। ਜਿਹੜੇ ਇਧਰੋਂ ਫੰਕਸ਼ਨ ਜਿਨ੍ਹਾਂ ਨਾਲ ਇਹ ਰਿਲੇਟ ਹੋ ਰਿਹਾ, ਜਿੱਥੇ ਇਮੇजेस ਆ ਰਹੀਆਂ ਨੇ, ਤਾਂ ਆ ਸਾਨੂੰ ਪਤਾ ਹੈ ਜਿਹੜਾ ਰੇਂਜ ਹੁੰਦੀ ਹੈ ਉਹ ਕੀ ਹੁੰਦੀ ਹੈ, ਕੋਡੋਮੇਨ ਦਾ ਸਬਸੈਟ ਹੁੰਦੀ ਹੈ। ਠੀਕ ਹੈ ਕਿ ਨਹੀਂ। ਤਾਂ ਇਹਦੇ ਵਿੱਚ ਕਿਤੇ ਆਏਗੀ, ਇਹਦੇ 'ਚ ਕੁਝ ਐਲੀਮੈਂਟ ਬਚ ਵੀ ਸਕਦੇ ਆ ਬਾਹਰਲੇ ਪਾਸੇ ਜਿਹੜੇ ਕਿਸ f ਦੇ ਕਿਸੇ ਵੀ ਐਲੀਮੈਂਟ ਨਾਲ ਐਸੋਸੀਏਟ ਨਹੀਂ ਹੋਏ, ਯਾਨੀ ਕਿਸੇ ਦੀ ਵੀ ਇਮੇਜ ਨਹੀਂ ਹੈਗੇ ਉਹ, ਤਾਂ ਉਹ ਇਹਦੇ ਵਿੱਚ ਹੋਣਗੇ ਪਾਰਟ। ਬਸ ਇੰਨਾ ਹੀ ਖਿਆਲ ਰੱਖਣਾ ਵੀ ਇਹ GOF ਡਿਫਾਈਨ ਕਦੋਂ ਹੋਏਗਾ, ਕਦੋਂ ਇਹ ਐਗਜ਼ਿਸਟ ਕਰੇਗਾ, ਜਦੋਂ ਆ ਥੱਲੇ ਨੋਟ ਦਿੱਤਾ ਹੋਇਆ GOF exists if and only if the range of f be the subset of domain of g। ਆ g ਦਾ ਡੋਮੇਨ ਸੀਗਾ, ਇਹਦੀ ਸਬਸੈਟ ਹੋਣਾ ਚਾਹੀਦਾ ਹੈ। ਇਹਦੀ ਜਿਹੜੀ ਰੇਂਜ ਹੈ ਉਹ ਇਹਦੀ ਰੇਂਜ ਡੋਮੇਨ ਦਾ ਸਬਸੈਟ ਹੋਣਾ ਚਾਹੀਦਾ। ਸਿਮਿਲਰਲੀ FOG ਵੀ ਐਗਜ਼ਿਸਟ ਕਰਦਾ, ਉਹਦੇ 'ਚ ਫਿਰ ਉਹਦਾ ਉਲਟਾ ਹੋਏਗਾ, g ਤੋਂ ਪਹਿਲਾਂ g ਆਏਗਾ ਫਿਰ f ਆਏਗਾ। ਹੁਣ FOG ਦੇ ਵਿੱਚ ਕੀ ਹੁੰਦਾ, f ਪਹਿਲਾਂ ਆਉਂਦਾ ਫਿਰ g ਆਉਂਦਾ। ਠੀਕ ਹੈ ਕਿ ਨਹੀਂ। ਜਦੋਂ ਅਸੀਂ FOG ਕੱਢਾਂਗੇ ਤਾਂ ਇਹਦਾ ਉਲਟਾ ਚੱਲੇਗਾ। ਫਿਰ ਜਿਵੇਂ B to C ਹੋਊਗਾ ਤਾਂ ਅਗਾਂਹ C to A ਹੋਣਾ ਚਾਹੀਦਾ ਸੀਗਾ, ਫਿਰ ਇਹ B to A ਬਣ ਜਾਏਗਾ GOF। ਠੀਕ ਹੈ ਕਿ ਨਹੀਂ। ਤੇ ਇਸ ਤਰੀਕੇ ਨਾਲ ਉਹ ਬਾਅਦ 'ਚ ਆਪਾਂ ਡਿਸਕਸ ਕਰਦੇ ਹਾਂ, ਪਹਿਲਾਂ ਇੱਕ ਚੀਜ਼ ਨੂੰ ਸਮਝ ਲਈਏ। ਤਾਂ ਪ੍ਰੋਪਰਟੀਜ਼ ਕੀ ਹੁੰਦੀਆਂ, ਇਹਦੀਆਂ ਥੋੜ੍ਹੀਆਂ ਪ੍ਰੋਪਰਟੀਜ਼ ਦੇਖ ਲਓ। ਪ੍ਰੋਪਰਟੀਜ਼ ਆਫ ਕੰਪੋਜੀਸ਼ਨ ਆਫ ਫੰਕਸ਼ਨਸ। The composition of functions is not commuted, यानी जे FOG लिखते हैं ਅਸੀਂ ਜਾਂ GOF ਲਿਖਦੇ ਹਾਂ ਤਾਂ ਦੋਨੇ ਇਕੁਅਲ ਨਹੀਂ ਹੁੰਦੇ, ਦੋਹਾਂ ਦੀ ਵੈਲਿਊ ਡਿਫਰੈਂਟ ਹੁੰਦੀ ਹੈ। FOG ਦੀ ਵੈਲਿਊ ਵੱਖਰੀ ਆਏਗੀ, GOF ਦੀ ਜਿਹੜੀ ਹੈਗੀ ਉਹ ਵੈਲਿਊ ਵੱਖਰੀ ਆਏਗੀ। The composition of functions is associative। ਇਹ ਐਸੋਸੀਏਟਿਵ ਹੁੰਦਾ, ਕਮਿਊਟੇਟਿਵ ਨਹੀਂ ਹੁੰਦਾ, ਐਸੋਸੀਏਟਿਵ ਹੁੰਦਾ। ਯਾਨੀ ਅਸੀਂ GOH ਪਹਿਲਾਂ ਫਾਈਂਡ ਕਰੀਏ, ਉਹਦੇ ਬਾਹਰਲੇ ਪਾਸੇ f ਲਾ ਦਈਏ, ਜਾਂ FOG ਫਾਈਂਡ ਕਰਕੇ ਉਹਦੇ ਪਿਛਲੇ ਪਾਸੇ h ਲਾ ਦਈਏ, ਇਹਨਾਂ ਦੋਵਾਂ ਦੀ ਜਿਹੜੀ ਵੈਲਿਊ ਸੇਮ ਆਏਗੀ। ਠੀਕ ਹੈ ਜੀ। ਨੈਕਸਟ ਹੈਗਾ ਕੰਪੋਜੀਸ਼ਨ ਆਫ ਟੂ ਬਾਈਜੈਕਸ਼ਨਸ ਇਜ਼ ਅ ਬਾਈਜੈਕਸ਼ਨ। ਯਾਨੀ ਜੇ ਦੋਨੇ f ਤੇ g ਬਾਈਜੈਕਸ਼ਨਸ ਨੇ ਤਾਂ GOF ਜਦੋਂ ਅਸੀਂ ਫਾਈਂਡ ਕਰਾਂਗੇ ਉਹ ਵੀ ਇੱਕ ਬਾਈਜੈਕਸ਼ਨ ਹੀ ਹੋਏਗੀ। ਬਾਈਜੈਕਸ਼ਨ ਅਸੀਂ ਜਾਣਦੇ ਹਾਂ ਕੀ ਹੁੰਦੇ ਆ, 1 on 2 ਫੰਕਸ਼ਨ ਹੁੰਦੇ ਜਿਹਨਾਂ ਨੂੰ ਅਸੀਂ ਬਾਈਜੈਕਸ਼ਨ ਕਹਿੰਦੇ ਹਾਂ। ਇਸੇ ਤਰ੍ਹਾਂ ਇੱਕ ਫੰਕਸ਼ਨ ਦਿੱਤਾ ਸਾਨੂੰ FA to B, then FOIA। IA ਕੀ ਹੈ, ਆਈਡੈਂਟੀਟੀ ਫੰਕਸ਼ਨ ਅਸੀਂ ਕਰਿਆ ਸੀ, ਆਈਡੈਂਟੀਟੀ ਫੰਕਸ਼ਨ ਔਨ A।
ਇਕੁਅਲਸ ਟੂ ਆਈ ਬੀ ਓ ਐਫ। ਆਈ ਬੀ ਕੀ ਹੈ? ਆਈਡੈਂਟੀਟੀ ਫੰਕਸ਼ਨ ਔਨ ਬੀ, ਠੀਕ ਹੈ ਕਿ ਨਹੀਂ? ਇਹ ਇਕੁਅਲਸ ਟੂ ਐਫ ਹੋ ਗਿਆ, ਯਾਨੀ ਐਫ ਦੇ ਨਾਲ ਜੇ ਅਸੀਂ ਆਈਡੈਂਟੀਟੀ ਫੰਕਸ਼ਨ ਦਾ ਕੰਪੋਜੀਸ਼ਨ ਕਰੀਏ ਤਾਂ ਉਹ ਐਫ ਦੇ ਹੀ ਇਕੁਅਲ ਆ ਜਾਂਦਾ ਹੈ, ਠੀਕ ਹੈ ਕਿ? ਇਹ ਆਪਾਂ ਵੀ ਅੱਗੇ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਆਪਾਂ ਡਿਸਕਸ ਬੋਲ ਰਹੇ ਹਾਂ ਉਹਨਾਂ ਨੂੰ ਅਸੀਂ ਅੱਗੇ ਪ੍ਰੈਕਟੀਕਲੀ ਕਰਕੇ ਵੀ ਦੇਖਾਂਗੇ। that is composition of a function with identity function is function itself। ਅੱਗੇ ਹੈਗਾ let if f a to b and g b to c be two functions then g o f ਕਿੱਥੋਂ ਤੋਂ ਕਿੱਥੋਂ ਤੱਕ ਹੋਏਗਾ? a to c ਹੋਏਗਾ। g o f ਜਦੋਂ ਅਸੀਂ ਕੱਟਾਂਗੇ ਤਾਂ ਕੀ ਹੋਏਗਾ? a to c ਉਹ on to ਹੋਏਗਾ। ਕਦੋਂ on to ਹੋਏਗਾ? ਜੇ g on to ਹੈ, ਠੀਕ ਹੈ। ਤੇ g o f 1 1 ਹੋਏਗਾ ਜੇ f 1 1 ਹੈ, ਠੀਕ ਹੈ ਕਿ? ਤਾਂ ਜਿਹੜਾ ਪਹਿਲਾ ਫੰਕਸ਼ਨ ਹੈ ਜੇ ਉਹ 1 1 ਹੈ ਤਾਂ ਜੀ ਓ ਐਫ ਵੀ 1 1 ਹੋਏਗਾ, ਤੇ ਜਿਹੜਾ ਦੂਸਰਾ ਫੰਕਸ਼ਨ ਹੈ ਜੇ ਉਹ ਔਨ ਟੂ ਹੈ ਤਾਂ ਜੀ ਓ ਐਫ ਵੀ ਔਨ ਟੂ ਹੋਏਗਾ, ਠੀਕ ਹੈ ਜੀ। ਅੱਗੇ ਕੁਝ ਐਗਜ਼ਾਮਪਲ ਹੈ ਇਹਦੇ ਨਾਲ ਰਿਲੇਟਡ, ਜਿਵੇਂ ਫਸਟ ਹੈ ਲੈਟ ਐਫ ਇਕੁਅਲਸ ਟੂ ਐਫ ਸਾਨੂੰ ਦਿੱਤਾ ਹੋਇਆ ਹੈ ਐਸ ਸੈੱਟ ਤੋਂ ਲੈ ਕੇ ਐਸ ਸੈੱਟ ਤੱਕ, ਜੀ ਦਿੱਤਾ ਹੋਇਆ ਹੈ ਦੂਸਰਾ ਅੱਗੇ ਇਹ ਤੋਂ, ਠੀਕ ਹੈ ਨਾ। ਬੀ ਫੰਕਸ਼ਨਸ ਡਿਫਾਈਨ ਐਜ਼ f2 ਦੀ ਵੈਲਿਊ ਦਿੱਤੀ ਹੋਈ ਹੈ, f3 ਦੀ ਵੈਲਿਊ ਦਿੱਤੀ ਹੈ, f4 f5, ਯਾਨੀ f ਤੁਹਾਨੂੰ ਪਤਾ ਹੈ ਜਦੋਂ ਆਪਾਂ ਆ ਜਿਹੜੇ ਵਿੱਚ ਐਲੀਮੈਂਟ ਹੁੰਦੇ ਕਿੱਥੋਂ ਲੈਣੇ ਹੁੰਦੇ ਅਸੀਂ? ਡੋਮੇਨ ਚੋਂ ਲੈਣੇ ਹੁੰਦੇ ਆ। ਤਾਂ ਜਦੋਂ ਇਹਨਾਂ ਦੀ ਅਸੀਂ ਇਮੇजेस ਫਾਈਂਡ ਕਰਾਂਗੇ ਤਾਂ 2 ਦੀ ਇਮੇਜ 3 ਹੈ ਤੇ 3 ਦੀ ਇਮੇਜ 4 ਹੈ, 4 ਦੀ ਇਮੇਜ 5, 4 ਤੇ 5 ਦੀ ਇਮੇਜ ਹੈ ਜਿਹੜੀ ਉਹ 5, ਠੀਕ ਹੈ ਨਾ। ਯਾਨੀ ਆਪਾਂ ਇੱਥੇ ਐਰੋ ਡਾਇਗਰਾਮ ਜੇ ਬਣਾਈਏ ਤਾਂ 2 ਦੀ ਇਮੇਜ ਜਿਹੜੀ ਹੈ ਉਹ ਹੈਗੀ ਹੈ 3, 3 ਦੀ ਹੈਗੀ ਹੈ 4, 4 ਦੀ ਹੈਗੀ ਹੈ 5 ਤੇ 5 ਦੀ ਵੀ 5, ਠੀਕ ਹੈ। ਹੁਣ ਤੁਸੀਂ ਚੈੱਕ ਕਰੋ ਆਹ f ਦਾ ਕੋਡੋਮੇਨ ਸੀ ਸਾਰਾ ਵਾਲਾ ਫੰਕਸ਼ਨ, ਆ ਜਿਹੜਾ ਸੈੱਟ ਹੈ ਇਹ ਸਾਰਾ ਸੈੱਟ ਕੀ ਸੀਗਾ? f ਦਾ ਕੋਡੋਮੇਨ। ਹੁਣ ਇਹ ਚ ਰੇਂਜ ਕਿਹੜੀ ਹੈ? ਰੇਂਜ ਆ ਇੰਨੀ ਹੋਈ ਹੈ, ਜਿੰਨੇ ਜਿੰਨੇ ਐਲੀਮੈਂਟਸ ਦੀ ਪ੍ਰੀ ਇਮੇਜ ਬਣ ਗਈ ਉਹ ਰੇਂਜ, ਠੀਕ ਹੈ। ਆ 9 ਇਹਦੀ ਰੇਂਜ ਤੋਂ ਬਾਹਰ, ਠੀਕ ਹੈ ਨਾ। ਹੁਣ ਅੱਗੇ ਜੀ ਬਾਰੇ ਤੁਹਾਨੂੰ ਦਿੱਤਾ ਹੋਇਆ, ਜੀ ਕੀ ਕਹਿੰਦਾ ਹੈ? G3 ਦੀ ਤੇ G4 ਦੀ ਵੈਲਿਊ ਜਿਹੜੀ 7 ਹੈ, G5 ਤੇ G9 ਦੀ ਜਿਹੜੀ ਵੈਲਿਊ ਉਹ 11 ਹੈ, ਯਾਨੀ ਜਿਹੜਾ 3 ਤੇ 4 ਹੈ ਉਹ ਤਾਂ 7 ਨਾਲ ਐਸੋਸੀਏਟ ਹੋ ਰਹੇ ਹੈ, 5 ਤੇ 9 ਹੈ ਜਿਹੜੇ ਉਹ ਦੋਨੇ 11 ਨਾਲ ਐਸੋਸੀਏਟ ਹੋ ਰਹੇ, ਠੀਕ ਹੈ। ਹੁਣ ਉਹ ਕਹਿੰਦੇ ਆ ਫਾਈਂਡ ਜੀ ਓ ਐਫ, ਤਾਂ ਜਿਵੇਂ ਅਸੀਂ ਆਹ ਫਾਈਂਡ ਕੀਤਾ ਆ ਐਫ ਹੈ ਸਾਡਾ, ਆਹ ਜੀ ਹੈ, ਇਸੇ ਤਰ੍ਹਾਂ ਜੀ ਓ ਐਫ ਫਾਈਂਡ ਕਰਨਾ। ਜੀ ਓ ਐਫ ਤੁਹਾਨੂੰ ਦੱਸਿਆ ਸੀਗਾ ਹੁਣੇ ਵੀ ਜੀ ਓ ਐਫ ਕਿੱਥੇ ਕਿਹੜਾ ਫੰਕਸ਼ਨ ਹੋਏਗਾ, ਕਿੱਥੋਂ ਤੋਂ ਕਿੱਥੋਂ ਤੱਕ ਹੋਏਗਾ। ਪਹਿਲੇ ਜਿਹੜਾ ਇਹਦੀ ਐਫ ਦੀ ਜਿਹੜੀ ਡੋਮੇਨ ਸੀ ਉੱਥੋਂ ਸ਼ੁਰੂ ਹੋਏਗਾ, ਉਹ 2 3 4 5 2 ਕਿੱਥੋਂ ਤੱਕ ਹੋਏਗਾ? ਸੀ ਦੀ ਜਿਹੜੀ ਜੀ ਦੀ ਜਿਹੜੀ ਹੈਗੀ ਸੀ ਕੋਡੋਮੇਨ ਉੱਥੋਂ ਤੱਕ ਹੋਏਗਾ, ਠੀਕ ਹੈ। ਹੁਣ ਇਹ 'ਚ ਜਦੋਂ ਜੀ ਓ ਐਫ ਤੁਹਾਨੂੰ ਕਹਿ ਵੀ ਫਾਈਂਡ ਕਰੋ, ਇਹਦਾ ਮਤਲਬ ਅਸੀਂ ਕੀ ਫਾਈਂਡ ਕਰਨਾ? ਜੀ ਓ ਐਫ ਆਫ 2, ਜੀ ਓ ਐਫ ਆਫ 3, ਜੀ ਓ ਐਫ ਆਫ 4, ਜੀ ਓ ਐਫ ਆਫ 5, ਆ ਸਾਰੇ ਕੁਝ ਫਾਈਂਡ ਕਰਨਾ ਸੀ, ਆਹ ਚੀਜ਼ਾਂ ਫਾਈਂਡ ਕਰਨੀਆਂ। ਜੀ ਓ ਐਫ 2 ਫਾਈਂਡ ਕਰਨਾ ਹੈ, ਜੀ ਓ ਐਫ 3 ਫਾਈਂਡ ਕਰਨਾ ਹੈ, ਜੀ ਓ ਐਫ 4 ਫਾਈਂਡ ਕਰਨਾ ਹੈ, ਜੀ ਓ ਐਫ 5 ਸਾਰੇ ਕੁਝ ਇਸ ਤਰੀਕੇ ਇਹ ਚੀਜ਼ਾਂ ਫਾਈਂਡ ਕਰਨੀਆਂ। ਤਾਂ ਉਸ ਤੋਂ ਪਹਿਲਾਂ ਅਸੀਂ ਦੇਖੀਏ ਵੀ ਜੀ ਓ ਐਫ ਐਗਜ਼ਿਸਟ ਵੀ ਕਰਦਾ ਕਿ ਨਹੀਂ। ਐਗਜ਼ਿਸਟ ਕਰਨ ਬਾਰੇ ਤੁਹਾਨੂੰ ਦੱਸਿਆ ਸੀਗਾ, ਕਦੋਂ ਐਗਜ਼ਿਸਟ ਕਰੇਗਾ? ਜਦੋਂ ਐਫ ਦੀ ਰੇਂਜ ਜੀ ਦੇ ਡੋਮੇਨ ਦਾ ਸਬਸੈਟ ਹੋਵੇਗੀ। ਤਾਂ ਐਫ ਦੀ ਰੇਂਜ ਆ ਹੁਣੇ ਅਸੀਂ ਦੇਖੀ ਹੈ 3 4 ਤੇ 5 ਆ ਰਹੀ ਹੈ, ਠੀਕ ਹੈ ਕਿ ਇਹ ਕੀ ਹੈ? ਇਹ ਸਬਸੈਟ ਹੈ, ਕਿਹਦਾ ਸਬਸੈਟ ਹੈ? ਜੀ ਦੀ ਡੋਮੇਨ ਦਾ। ਜੀ ਦਾ ਡੋਮੇਨ ਕੀ ਸੀਗਾ? 3 4 5 9, ਤਾਂ ਉਹਦਾ ਸਬਸੈਟ ਸੀਗਾ। ਇਹਦਾ ਮਤਲਬ ਜੀ ਓ ਐਫ ਐਗਜ਼ਿਸਟ ਤਾਂ ਕਰਦਾ, ਜੇ ਐਗਜ਼ਿਸਟ ਕਰਦਾ ਤਾਂ ਫਿਰ ਆ ਸਾਰੀਆਂ ਵੈਲਿਊਜ਼ ਵੀ ਨਿਕਲਣਗੀਆਂ, ਨੋ ਡਾਊਟ, ਠੀਕ ਹੈ ਨਾ। ਤਾਂ ਅਸੀਂ ਇੱਥੇ ਸ਼ੁਰੂ ਕਰਦੇ ਹਾਂ, ਦੇਖੋ ਵੀ ਸੀ ਦੈਟ ਰੇਂਜ ਆਫ ਐਫ, ਐਫ ਦੀ ਜਿਹੜੀ ਰੇਂਜ ਹੈ ਉਹ ਕੀ ਹੈ? 3 4 5 ਹੁਣੇ ਤੁਹਾਡੇ ਸਾਹਮਣੇ ਪ੍ਰੈਕਟੀਕਲੀ ਦਿਖਾਈ ਹੈ। ਇਹ ਸਬਸੈਟ ਹੈ ਜੀ ਦਾ ਜਿਹੜਾ ਡੋਮੇਨ ਸੀਗਾ, ਜੀ ਦਾ ਡੋਮੇਨ ਕੀ ਸੀਗਾ? 3 4 5 9, ਇਹਦਾ ਸਬਸੈਟ ਹੈ ਡੋਮੇਨ ਆਫ ਜੀ। ਇਹਦਾ ਮਤਲਬ ਜੀ ਓ ਐਫ ਜਿਹੜਾ ਉਹ ਐਗਜ਼ਿਸਟ ਕਰਦਾ। ਤਾਂ ਐਫ ਜਿਹੜਾ ਇਸ ਤੋਂ ਇੱਥੋਂ ਤੱਕ ਸੀਗਾ, ਜਿਹੜਾ ਜੀ ਹੈ ਉਹ ਇਹਦੇ ਤੋਂ ਇਹਦੇ ਤੱਕ ਸੀਗਾ, ਤਾਂ ਐਫ ਜੀ ਓ ਐਫ ਕਿੱਥੋਂ ਤੱਕ ਹੋ ਜਾਏਗਾ? ਇਹਦੀ ਡੋਮੇਨ ਤੋਂ ਲੈ ਕੇ ਇਹਦੇ ਕੋਡੋਮੇਨ ਤੱਕ। ਉਹ ਅਸੀਂ ਇੱਥੇ ਲਿਖ ਲਿਆ। ਸੱਚ ਦੈਟ ਕਿੱਦਾਂ ਹੋਏਗਾ? ਜੀ ਓ ਐਫ 2 ਦੀ ਵੈਲਿਊ ਫਾਈਂਡ ਕਰਨੀ,
GOF2 ਦੀ ਵੈਲਿਊ ਕਿੱਦਾਂ ਫਾਈਂਡ ਕਰਨੀ? ਹੁਣੇ ਅਸੀਂ GOF ਦੀ ਡੈਫੀਨੇਸ਼ਨ ਪੜ੍ਹੀ ਸੀ, ਕੀ ਸੀਗੀ ਉਹ? GOF(x) ਕਾਹਦੇ ਬਰਾਬਰ ਹੈ? G of fx। ਠੀਕ ਹੈ, ਯਾਨੀ ਪਹਿਲਾਂ f ਲਾ ਦਿਓ 2 ਤੇ, GOF2 ਕੱਢਣਾ ਨਾ ਤਾਂ G of f2, ਠੀਕ ਹੈ ਨਾ, ਪਹਿਲਾਂ 2 ਤੇ ਉੱਤੇ f ਲੱਗ ਜੂਗਾ, ਤੇ f2 ਦੀ ਤੁਹਾਨੂੰ ਵੈਲਿਊ ਪਤਾ ਹੈ, f2 ਦੀ ਵੈਲਿਊ ਕੀ ਹੈ? 3, ਤਾਂ f2 ਦੀ ਥਾਂ ਤੇ ਅਸੀਂ 3 ਲਿਖਤਾ। ਹੁਣ ਕੀ ਬਣ ਗਿਆ? G3, ਤੇ G3 ਦੀ ਵੀ ਤੁਹਾਨੂੰ ਵੈਲਿਊ ਪਤਾ ਹੈ, G3 ਦੀ ਵੈਲਿਊ ਹੈਗੀ ਹੈ 7, ਤੇ G3 ਤਾਂ GOF2 ਦੀ ਵੈਲਿਊ ਕੀ ਆ ਗਈ? 7 ਆ ਗਈ। ਇਸੇ ਤਰ੍ਹਾਂ GOF3 ਕੱਢਣਾ ਹੈ ਤੇ G of f3, f3 ਦੀ ਵੈਲਿਊ 4 ਹੈ ਤਾਂ G4 ਹੋ ਗਿਆ, G4 ਦੀ ਵੈਲਿਊ 7 ਹੈ, ਠੀਕ ਹੈ ਨਾ। ਤਾਂ GOF4 ਦੀ ਵੈਲਿਊ ਕੱਢਣੀ ਹੈ ਤਾਂ G of f4 ਹੋ ਜਾਏਗਾ, ਤੇ F4 ਦੀ ਵੈਲਿਊ ਹੈਗੀ 5 ਤੇ G5 ਦੀ ਵੈਲਿਊ 9। ਇੱਥੇ ਅਸੀਂ ਇਹਨੂੰ ਪ੍ਰੈਕਟੀਕਲੀ ਦੇਖ ਸਕਦੇ ਹਾਂ। ਦੇਖੋ ਪਹਿਲਾਂ ਅਸੀਂ ਦੇਖੋ GOF2 ਕੱਢ ਰਹੇ ਹਾਂ, GOF2 ਆਹ ਚੀਜ਼ ਦੀ ਵੈਲਿਊ ਹੋਣੀ, ਤਾਂ G ਤੋਂ F ਤੱਕ ਜਾਓ, ਇਸ ਨਾਲ 3 ਤੋਂ ਗਾਂ ਇਹ ਕਿੱਥੋਂ ਜੁੜ ਰਿਹਾ? 7, ਤਾਂ GOF2 ਦੀ ਵੈਲਿਊ ਕਿੰਨੀ ਆ ਗਈ? 7 ਆ ਗਈ ਸਿੱਧੀ। ਇਸੇ ਤਰ੍ਹਾਂ GOF3 ਫਾਈਂਡ ਕਰਨਾ ਹੋਵੇ ਤਾਂ G ਦਾ ਪਹਿਲਾਂ F ਤੇ ਦੇਖੀਏ, 4 ਤੇ ਜਾਂਦਾ, 4 ਤੋਂ ਗਾਂ ਇਹ 7 ਤੇ ਜਾਂਦਾ, ਇਹਦੀ ਵੀ ਵੈਲਿਊ 7 ਆ ਗਈ। ਸੋ ਇਸ ਤਰੀਕੇ ਨਾਲ GOF4 GOF5 ਇਹਨਾਂ ਸਭ ਦੀਆਂ ਅਸੀਂ ਵੈਲਿਊਜ਼ ਫਾਈਂਡ ਕਰਨੇ ਆ। ਆਪ ਜੇ ਸਾਡਾ ਫਿਗਰ ਨਹੀਂ ਬਣਾਇਆ, ਅਸੀਂ ਐਰੋ ਡਾਇਗਰਾਮ ਨਹੀਂ ਬਣਾਇਆ, ਐਰੋ ਡਾਇਗਰਾਮ ਸਿਰਫ ਤੁਹਾਨੂੰ ਸਮਝਾਉਣ ਵਾਸਤੇ ਬਣਾਇਆ ਮੈਂ, ਇਹ ਜ਼ਰੂਰੀ ਨਹੀਂ ਹੁੰਦਾ। ਇਹ ਕਿਵੇਂ ਗਾਂ ਦੀ ਗਾਂ ਰਿਲੇਟ ਹੁੰਦੇ ਆ ਸਮਝਣ ਵਾਸਤੇ ਅਸੀਂ ਐਰੋ ਡਾਇਗਰਾਮ ਜਿਹੜਾ ਬਣਾਉਂਦੇ ਆ। ਐਰੋ ਡਾਇਗਰਾਮ ਤਾਂ ਸਿਰਫ ਛੋਟੇ ਫਾਈਨਾਈਟ ਸੈਟਸ ਵਾਸਤੇ ਅਸੀਂ ਬਣਾ ਸਕਦੇ ਹੁੰਦੇ ਆ, ਨਾ ਜਦੋਂ ਇਨਫਾਈਨਾਈਟ ਸੈੱਟ ਆ ਜਾਂਦੇ ਉੱਥੇ ਫਿਰ ਇਹ ਚੀਜ਼ ਬਣਾਉਣੀ ਥੋੜੀ ਜਿਹੀ ਮੁਸ਼ਕਿਲ ਹੋ ਜਾਂਦੀ। ਤਾਂ ਇੱਥੇ ਸਮਝਣ ਵਾਸਤੇ ਤੁਹਾਡੀ ਬੇਸਿਕ ਹੈ ਜਿਹੜੀ ਗੱਲ ਉਹ ਕਲੀਅਰ ਹੋ ਜਾਣੀ ਚਾਹੀਦੀ ਤੁਹਾਨੂੰ। GOF5 ਦੀ ਵੈਲਿਊ ਕਿਵੇਂ ਫਾਈਂਡ ਹੋਏਗੀ? ਪਹਿਲਾਂ F5 ਅੰਦਰ, F ਨੂੰ ਅੰਦਰ ਲੈ ਜਾਓ, ਇਹਨੂੰ F5 ਹੋ ਗਿਆ, ਤਾਂ G of F5 ਦੀ ਸਾਨੂੰ ਵੈਲਿਊ ਪਤਾ ਹੋਏਗੀ, ਕਿਉਂਕਿ ਪਤਾ ਹੋਣੀ ਕਿਉਂਕਿ F ਜਿਹੜਾ ਹੈਗਾ, F ਦਾ ਜਿਹੜਾ ਡੋਮੇਨ ਆ ਉਹਦਾ ਹਰੇਕ ਐਲੀਮੈਂਟ ਕਿਸੇ ਨਾ ਕਿਸੇ ਨਾਲ ਤਾਂ ਰਿਲੇਟ ਹੋਏਗਾ ਹੀ ਹੋਏਗਾ। ਇਹ ਆਪਾਂ ਨੂੰ ਪਹਿਲਾਂ ਹੀ ਪਤਾ। F ਦੀ ਜਿਸੇ ਸਾਡੀ ਫੰਕਸ਼ਨ ਦੀ ਡੈਫੀਨੇਸ਼ਨ ਉਹ ਕੀ ਸੀਗੀ ਕਿ ਡੋਮੇਨ ਦਾ ਹਰੇਕ ਐਲੀਮੈਂਟ ਹੋਣਾ ਚਾਹੀਦਾ ਗਾ ਕਿਸੇ ਨਾਲ ਰਿਲੇਟ। ਤਾਂ ਕਿਉਂਕਿ 5 ਹੈ ਜਿਹੜਾ ਉਹ F ਦੇ ਡੋਮੇਨ 'ਚ ਹੈ, ਤਾਂ F ਦੇ ਡੋਮੇਨ 'ਚ ਹੈ ਤਾਂ ਇਹਦਾ ਕੋਈ ਨਾ ਕੋਈ ਤਾਂ ਇਹਦੀ ਇਮੇਜ ਬਣਨੀ ਚਾਹੀਦੀ ਹੈ, ਹਰ ਹਾਲਤ 'ਚ ਹੋਣੀ ਹੀ ਚਾਹੀਦੀ ਹੈ ਇਹਦੀ ਇਮੇਜ, ਤਾਂ ਹੀ ਫੰਕਸ਼ਨ ਆ ਉਹ। ਜੇ F ਦੀ ਕੋਈ ਇਮੇਜ ਨਹੀਂ ਬਣਦੀ ਤਾਂ ਤੁਸੀਂ ਸੋਚਦੇ ਹੋਵੋਗੇ ਵੀ ਜੇ ਇਹਦੀ ਕਹਾਂ ਵੈਲਿਊ ਨਾ ਨਿਕਲੇ, ਇਹ ਨਹੀਂ ਪੋਸੀਬਲ ਹੈਗਾ, ਕਿਉਂਕਿ F ਇੱਕ ਫੰਕਸ਼ਨ ਹੈ। ਤਾਂ F ਦੇ ਵਿੱਚ ਇਹਦੇ ਜਿਹੜੇ ਡੋਮੇਨ ਦੇ ਵਿੱਚ ਜਿੰਨੇ ਵੀ ਐਲੀਮੈਂਟਸ ਆ ਉਹਨਾਂ ਦੇ ਕੋਈ ਨਾ ਕੋਈ ਇਮੇਜ ਜ਼ਰੂਰ ਬਣਦੀ ਹੋਏ, ਤਾਂ F5 ਦੀ ਵੈਲਿਊ ਜ਼ਰੂਰ ਕੁਛ ਨਾ ਕੁਛ ਹੋਏਗੀ। ਇਹ ਕਿਤੇ ਨਹੀਂ ਹੋਏਗਾ ਵੀ F5 ਦੀ ਵੈਲਿਊ ਹੀ ਨਾ ਹੋਵੇ, ਠੀਕ ਹੈ। ਤਾਂ ਜਦੋਂ ਹੁਣ ਇਹਦੀ ਵੈਲਿਊ ਕਿਉਂਕਿ ਇਹਦੇ G ਦੇ ਡੋਮੇਨ 'ਚ ਆਏਗੀ, ਹੁਣ G ਵੀ ਗਾਹ ਨਾ ਕਿਸੇ ਨਾਲ ਰਿਲੇਟ ਕਰੂਗਾ ਇਹਨੂੰ, ਕਿਉਂਕਿ G ਦਾ ਫਿਰ ਇਹ ਡੋਮੇਨ ਬਣ ਗਿਆ। ਇਹਦੇ ਡੋਮੇਨ 'ਚ ਜਿੰਨੀਆਂ ਵੈਲਿਊਜ਼ ਨੇ ਉਹਨਾਂ ਦਾ ਗਾਹ ਨਾ ਕੋਈ ਇਮੇਜ ਬਣਨੀ ਚਾਹੀਦੀ ਹੈ, ਕਿਉਂਕਿ G ਵੀ ਤਾਂ ਇੱਕ ਫੰਕਸ਼ਨ ਹੈ, ਠੀਕ ਹੈ ਨਾ। ਤਾਂ F ਤੇ G ਦੀਆਂ ਜਿਹੜੀਆਂ ਡੈਫੀਨੇਸ਼ਨਸ ਨੇ ਫੰਕਸ਼ਨ ਦੀਆਂ, ਉਹ ਇਸ ਚੀਜ਼ ਨੂੰ ਸਾਨੂੰ ਪੱਕਾ ਕਰਦੀਆਂ ਵੀ ਇਹ ਕਿਤੇ ਨਾ ਕਿਤੇ ਸਾਨੂੰ ਜ਼ਰੂਰ ਲੈ ਕੇ ਪਹੁੰਚੇਗਾ ਐਂਡ ਤੱਕ, ਠੀਕ ਹੈ। ਤਾਂ ਆ GOF ਇਕੁਅਲ ਟੂ ਕੀ ਆ ਗਿਆ? ਤਾਂ GOF ਅਸੀਂ ਕਿੱਦਾਂ ਲਿਖ ਸਕਦੇ ਹਾਂ? GOF ਦੇ ਵਿੱਚ ਹੁਣ ਲਿਖਾਂਗੇ 2 ਦਾ ਰਿਲੇਸ਼ਨ ਕਿਹਦਾ ਬਣਿਆ? 7 ਨਾਲ, 3 ਦਾ ਬਣਿਆ 7 ਨਾਲ, 4 ਦਾ ਬਣਿਆ 11 ਨਾਲ, 5 ਦਾ ਬਣਿਆ 11 ਨਾਲ। ਤਾਂ ਅਸੀਂ ਲਿਖਤੇ 2 7 3 7 4 11 5 11। ਇਹ ਹੁਣ ਬਣ ਗਿਆ ਨਾ ਇਹ ਜਿਹੜਾ ਸਾਡਾ ਇਹਨੂੰ ਜੇ ਅਸੀਂ A ਸਮਝ ਲਈਏ, A to C ਬਣ ਗਿਆ ਰਿਲੇਸ਼ਨ, ਠੀਕ ਹੈ ਨਾ। ਆਪ ਜਿਹੜੀ ਚੀਜ਼ ਹੈ ਜਿਹੜੀ ਗਾਇਬ ਹੋ ਗਈ। ਸੋ ਇਸ ਤਰੀਕੇ ਨਾਲ ਇਹ ਜਿਹੜਾ ਹੈਗਾ GOF ਜਾਂ ਕੰਪੋਜੀਸ਼ਨ ਆਫ ਫੰਕਸ਼ਨਸ ਅਸੀਂ ਲਿਖਦੇ ਹਾਂ, ਠੀਕ ਹੈ ਨਾ। ਹੁਣ ਜੇ FOG ਲਿਖਣਾ ਹੋਵੇ, FOG ਲਿਖਣਾ ਹੋਵੇ, ਫਿਰ ਇੱਧਰੋਂ ਡਿਫਾਈਨਡ ਹੋਣਾ ਚਾਹੀਦਾ ਸੀਗਾ FOG ਤਾਂ ਹੀ ਲਿਖਿਆ ਜਾਊਗਾ ਜੇ G ਹੈ ਜਿਹੜਾ, ਜੇ ਸਾਡੇ ਕੋਲੇ ਮੰਨ ਲਓ ਆ ਤਿੰਨ ਜਿਹੜੇ ਸੈੱਟ ਨੇ A B C ਕਹੀਏ ਇਹਨਾਂ ਨੂੰ, ਤਾਂ GOF ਤਾਂ ਡਿਫਾਈਨ ਹੋ ਗਿਆ ਨਾ, ਕਿਉਂਕਿ F ਜਿਹੜਾ ਸੀਗਾ ਉਹ A to B ਸੀਗਾ, ਤੇ G ਸੀ ਜਿਹੜਾ ਉਹ ਗਾਂ B to C ਸੀਗਾ। ਤੇ ਜੇ ਅਸੀਂ FOG ਫਾਈਂਡ ਕਰਨਾ ਚਾਹੁੰਦੇ ਆ ਤਾਂ ਜੇ ਇਹਦੇ ਵਿੱਚ ਇਹ ਤਾਂ ਹੀ ਫਾਈਂਡ ਹੋਏਗਾ ਜੇ ਮੂਹਰਲੇ ਪਾਸੇ G ਲੱਗੇ, ਯਾਨੀ G ਹੈ ਜਿਹੜਾ ਉਹ ਜੇ B to C ਲਈਏ ਅਸੀਂ G ਜਿਹੜਾ ਫੰਕਸ਼ਨ ਹੈ B to C ਹੋਵੇ, ਤਾਂ F ਹੈ ਜਿਹੜਾ ਉਹ C to A ਹੋਣਾ ਚਾਹੀਦਾ, ਫੇਰ ਗੱਲ ਬਣੂਗੀ, ਤਾਂ ਹੀ ਇਹ B to A ਬਣੇਗਾ। ਇੱਥੇ ਅਸੀਂ ਜਿਹੜਾ ਹੈਗਾ ਉਹ FOG ਨਹੀਂ ਦੱਸ ਸਕਦੇ, ਕਿਉਂਕਿ ਜਿਹੜਾ ਫੰਕਸ਼ਨ ਹੀ ਉਸ ਤਰ੍ਹਾਂ ਦਾ ਨਹੀਂ ਹੈਗਾ।
ਇਹਦੀ ਜਿਹੜੀ ਡੋਮੇਨ ਆ ਉਹਦੀ ਰੇਂਜ ਹੋਣੀ ਚਾਹੀਦੀ, ਇਹਦੇ ਜਿਹੜੇ ਡੋਮੇਨ ਕੋਡ ਡੋਮੇਨ ਆ ਉਹਦਾ ਡੋਮੇਨ ਹੋਣਾ ਚਾਹੀਦਾ, ਜਿਹੜਾ ਦੂਸਰਾ ਫੰਕਸ਼ਨ ਹੈ, ਯਾਨੀ ਬਾਹਰਲਾ ਜਿਹੜਾ ਫੰਕਸ਼ਨ ਹੈ ਅੰਦਰਲੇ ਦਾ ਕੋਡ ਡੋਮੇਨ ਬਾਹਰਲੇ ਦੇ ਡੋਮੇਨ ਦੇ ਬਰਾਬਰ ਹੋਣਾ ਚਾਹੀਦਾ। ਠੀਕ ਹੈ, ਤਾਂ ਉਹ ਉਸ ਤਰੀਕੇ ਨਾਲ ਹੈ ਹੀ ਨਹੀਂ, ਉਹਦੇ ਵਿੱਚ ਆ ਹੀ ਨਹੀਂ ਰਿਹਾ, ਉਹਦਾ ਸਬਸੈਟ ਹੋਣਾ ਚਾਹੀਦਾ। ਆਪਾਂ ਹੁਣੇ ਗੱਲ ਕੀਤੀ ਹੈ ਨਾ, ਹੁਣ FOG ਇੱਥੇ ਡਿਫਾਈਨ ਨਹੀਂ ਹੈਗਾ, ਕਿਉਂਕਿ G ਦਾ ਜਿਹੜਾ FOG ਕਿਉਂ ਨਹੀਂ ਡਿਫਾਈਨ ਹੈਗਾ, ਕਿਉਂਕਿ G ਦਾ ਜਿਹੜਾ ਰੇਂਜ ਹੈ, G ਹੈਗਾ ਸਾਡੇ ਕੋਲੇ B to C, ਤਾਂ ਇਹਦੀ ਜਿਹੜੀ ਰੇਂਜ ਹੈ ਉਹ C ਦਾ ਸਬਸੈਟ ਹੋਏਗੀ। ਠੀਕ ਹੈ ਕਿ C ਦਾ ਸਬਸੈਟ ਹੋਏਗੀ। G ਦੀ ਰੇਂਜ ਆਪਾਂ ਦੇਖ ਹੀ ਲੈਂਦੇ ਹਾਂ, G ਦੀ ਰੇਂਜ ਹੈਗੀ ਹੈ ਸਾਡੇ ਕੋਲੇ 7 ਤੇ 11। G ਦੀਆਂ ਜਿਹੜੀਆਂ ਵੈਲਿਊਜ਼ ਹੈ ਕਿੱਥੇ ਜਾ ਰਹੀਆਂ, 7 ਤੇ ਜਾ ਰਹੀਆਂ ਜਾਂ 11 ਤੇ, ਤਾਂ 7 11 ਹੈ G ਦੀ ਰੇਂਜ, ਉਹ ਇਹਦੇ ਡੋਮੇਨ ਦਾ ਸਬਸੈਟ ਹੀ ਹੈ ਨਹੀਂਗਾ। ਦੇਖੋ F ਦਾ ਡੋਮੇਨ ਕੀ ਸੀਗਾ 2 3 4 5 ਇਹ ਚ ਨਾ ਤਾਂ 7 ਹੈ ਤੇ ਨਾ ਹੀ 11, ਤਾਂ G ਦਾ ਜਿਹੜਾ ਰੇਂਜ ਹੈ ਜਿਹੜੀ G ਦੀ, ਉਹ F ਦੇ ਡੋਮੇਨ ਦਾ ਸਬਸੈਟ ਹੋਣਾ ਜ਼ਰੂਰੀ ਸੀ, ਤੇ ਉਹ ਇਹਦਾ ਸਬਸੈਟ ਹੋਣੀ ਹੈ ਨਹੀਂ, ਇਸ ਕਰਕੇ FOG ਇੱਥੇ ਡਿਫਾਈਨ ਨਹੀਂ ਹੈਗਾ। ਠੀਕ ਹੈ ਕਿ ਉਹ ਤਾਂ ਹੀ ਡਿਫਾਈਨ ਹੋਏਗਾ ਜੇ G ਦੀ ਜਿਹੜੀ ਰੇਂਜ ਆ ਉਹ F ਦੇ ਡੋਮੇਨ ਦਾ ਸਬਸੈਟ ਹੋਵੇ, ਤਾਂ FOG ਇੱਥੇ ਡਿਫਾਈਨ ਨਹੀਂ ਹੈਗਾ, ਇਸ ਕਰਕੇ FOG ਨੇ ਅਸੀਂ ਇਸੇ ਫਾਈਂਡ ਕਰ ਨਹੀਂ ਸਕਦੇ। ਨੈਕਸਟ ਦੇਖੋ, ਇਹਦੇ ਵਿੱਚ ਆ ਜਾਊਗਾ let R be set of real numbers and if F from R to R define as fx equals to x square and G from R to R define as gx equals to 2x plus 1, then find FOG and GOF. Also show that FOG is not equal to GOF. ਜਿਹੜੀ ਆਪਾਂ ਉੱਪਰ ਇਹਦੀ ਪ੍ਰੋਪਰਟੀਜ਼ ਦੇ ਵਿੱਚ ਗੱਲ ਕਰਕੇ ਆਏ ਆ ਵੀ F ਜਿਹੜੇ ਕੰਪੋਜੀਸ਼ਨ ਆਫ ਫੰਕਸ਼ਨ ਹੈ ਇਹ ਕੀ ਆਪਣਾ ਕਮਿਊਟੇਟਿਵ ਨਹੀਂ ਹੁੰਦਾ, ਯਾਨੀ FOG ਫਾਈਂਡ ਕਰੀਏ ਤੇ GOF ਫਾਈਂਡ ਕਰੀਏ, ਦੋਨਾਂ ਦੀ ਵੈਲਿਊ ਸੇਮ ਨਹੀਂ ਆਏਗੀ। ਹੁਣ ਦੇਖੋ, ਜਦੋਂ ਅਸੀਂ F ਦੀ ਰੇਂਜ ਫਾਈਂਡ ਕਰਾਂਗੇ, F ਦੀ ਰੇਂਜ ਕੀ ਹੋਏਗੀ, ਇਹਦੇ ਕੋਡ ਡੋਮੇਨ ਦਾ ਸਬਸੈਟ। ਠੀਕ ਹੈ ਕਿ ਇਹਦਾ ਕੋਡ ਡੋਮੇਨ ਕੀ ਹੈ R, ਤੇ G ਦਾ ਜਿਹੜਾ ਡੋਮੇਨ ਆ ਉਹ R ਹੈ। ਇਹਦਾ ਮਤਲਬ ਜੇ ਇਹਦੀ ਰੇਂਜ ਦੇਖੀਏ ਤਾਂ ਉਹ R ਦਾ ਸਬਸੈਟ ਸੀ, ਇੱਧਰ ਵੀ R ਹੀ ਹੈ। ਇਹਦਾ ਮਤਲਬ ਜਿਹੜੀ ਹੈਗੀ ਹੈ ਇਹਦੀ ਰੇਂਜ ਹੈ ਜਿਹੜੀ ਉਹ ਇਹਦੇ ਡੋਮੇਨ ਦਾ ਸਬਸੈਟ ਹੈ। ਇਸੇ ਤਰ੍ਹਾਂ ਜੇ ਅਸੀਂ G ਦਾ ਰੇਂਜ ਦੇਖੀਏ ਉਹ ਕੀ ਹੋਏਗੀ, ਇਹਦੇ ਕੋਡ ਡੋਮੇਨ ਦਾ ਸਬਸੈਟ, ਉਹ ਇੱਧਰ ਵੀ ਇਹਦੇ ਡੋਮੇਨ R ਹੀ ਹੈ। ਤਾਂ ਇਹਦਾ ਮਤਲਬ G ਦੀ ਜਿਹੜੀ ਰੇਂਜ ਹੈ ਉਹ F ਦੇ ਡੋਮੇਨ ਦਾ ਸਬਸੈਟ ਹੈ। ਠੀਕ ਹੈ ਕਿ ਨਹੀਂ, ਇਹ ਅਸੀਂ ਇੱਥੇ ਲਿਖਾਂਗੇ, ਇੱਕ ਲਾਈਨ ਹੀ ਲਿਖਣੀ ਹੈ ਹਰ ਵਾਰੀ। ਕਲੀਅਰਲੀ range of F is a subset of domain of G and range of G is subset of domain of F. ਇਹਦਾ ਮਤਲਬ GOF ਤੇ FOG ਜਿਹੜੇ ਐਗਜ਼ਿਸਟ ਕਰਦੇ, ਤੇ ਕਿਉਂਕਿ F from R to R ਸੀ, G ਵੀ from R to R ਸੀ, ਤਾਂ GOF ਕੀ ਬਣ ਜਾਊਗਾ, GOF ਵੀ from R to R ਹੀ ਬਣ ਜਾਊਗਾ, ਤੇ FOG ਵੀ R to R ਹੀ ਬਣ ਜਾਊਗਾ, ਇਹਨਾਂ ਦੋਵਾਂ ਦੀ ਵੈਲਿਊ R to R। ਤਾਂ GOF(x) ਕਿਵੇਂ ਫਾਈਂਡ ਹੋਏਗਾ, G of fx, F ਨੂੰ ਅੰਦਰ ਲੈ ਗਏ ਅਸੀਂ, fx ਦੀ ਵੈਲਿਊ ਕੀ ਸੀ x ਸਕੁਆਇਰ, fx ਦੀ ਥਾਂ ਤੇ x ਸਕੁਆਇਰ ਲਿਖਤਾ, ਤੇ ਲਿਖਿਆ ਹੋਇਆ ਨਾਲ ਰੀਜ਼ਨ, fx ਦੀ ਥਾਂ ਤੇ ਲਿਖਤਾ x ਸਕੁਆਇਰ। ਕਿਉਂ ਲਿਖਤਾ, ਕਿਉਂਕਿ fx ਦੀ ਵੈਲਿਊ x ਸਕੁਆਇਰ ਸੀ। ਹੁਣ ਕਿਉਂਕਿ gx ਦੀ ਵੈਲਿਊ ਹੈਗੀ ਹੈ ਅੱਗੇ, ਹੁਣ ਅਸੀਂ g of x ਸਕੁਆਇਰ ਫਾਈਂਡ ਕਰਨਾ। gx ਦੀ ਵੈਲਿਊ ਹੈ 2x plus 1, ਤੇ ਜੇ ਇੱਥੇ x ਸਕੁਆਇਰ ਕਰਾਂਗੇ ਤਾਂ x ਦੀ ਥਾਂ ਤੇ x ਸਕੁਆਇਰ ਆ ਜਾਊਗਾ, ਤਾਂ 2x ਸਕੁਆਇਰ plus 1 ਇਹਦਾ ਆਨਸਰ। ਠੀਕ ਹੈ ਨਾ, ਇਸੇ ਤਰ੍ਹਾਂ FOGX ਫਾਈਂਡ ਕਰਾਂਗੇ ਤਾਂ ਕੀ ਹੋਏਗਾ, G ਅੰਦਰ ਜਾਊਗਾ ਪਹਿਲਾਂ, gx ਬਣ, ਤੇ gx ਦੀ ਵੈਲਿਊ ਹੈ 2x plus 1, gx equals to 2x plus 1। ਹੁਣ fx, ਕਿਉਂਕਿ fx equals to x ਸਕੁਆਇਰ ਹੈ, ਤਾਂ x ਦੀ ਥਾਂ ਤੇ ਹੁਣ ਕੀ ਭਰਨਾ ਚਾਹੁੰਦੇ ਅਸੀਂ, 2x plus 1, f2x plus 1 ਫਾਈਂਡ ਕਰਨਾ ਚਾਹੁੰਦੇ, ਤਾਂ x ਦੀ ਥਾਂ ਤੇ ਇੱਥੇ fx ਦੀ ਜਿਹੜੀ ਵੈਲਿਊ ਸੀ ਉਹ ਚ x ਦੀ ਥਾਂ ਤੇ 2x plus 1 ਲਿਖ ਲਿਆ, ਯਾਨੀ ਇਹ 2x plus 1 ਦਾ ਸਕੁਆਇਰ ਆਨਸਰ ਆ ਗਿਆ। ਤਾਂ GOFX ਫਾਈਂਡ ਕਰਿਆ ਤਾਂ ਉਹ ਹੋ ਗਿਆ 2x ਸਕੁਆਇਰ plus 1, ਤੇ FOG ਉਹ ਕੀ ਆ ਗਿਆ 2x plus 1 ਦਾ ਹੋਲ ਸਕੁਆਇਰ। ਇਹ ਦੋਨੇ ਚੀਜ਼ਾਂ ਆਪਸ ਵਿੱਚ ਬਰਾਬਰ ਨਹੀਂ ਹੈਗੀਆਂ, ਇਹਦਾ ਮਤਲਬ GOF is not equal to FOG। ਠੀਕ ਹੈ ਜੀ, ਨੈਕਸਟ ਦੇਖੋ, let f from R to R ਇੱਕ ਫੰਕਸ਼ਨ ਹੈ, fx ਦੀ ਵੈਲਿਊ ਦਿੱਤੀ ਹੋਈ ਹੈ sin x, g ਵੀ R to R ਇੱਕ ਫੰਕਸ਼ਨ ਹੈ, ਤੇ gx ਦੀ ਵੈਲਿਊ ਦਿੱਤੀ ਹੈ x ਸਕੁਆਇਰ। ਫਾਈਂਡ GOF, FOG, FOF, GOF, ਇਹ ਸਾਰੇ ਫਾਈਂਡ ਕਰਨੇ ਸੀ। ਠੀਕ ਹੈ ਜੀ, ਉਹ ਇਹ ਸਾਨੂੰ ਦਿਖੀ ਜਾਂਦਾ। ਦੇਖੋ ਇਹਦਾ ਜਿਹੜੀ ਰੇਂਜ ਹੈ R ਦਾ ਸਬਸੈਟ ਹੋਏਗੀ, ਇਹਦਾ ਡੋਮੇਨ R ਹੈ, ਇਹਦੀ ਜਿਹੜੀ ਰੇਂਜ ਹੈ ਉਹ ਵੀ R ਦਾ ਸਬਸੈਟ ਹੋਏਗੀ, ਤੇ ਇਹਦਾ ਜਿਹੜਾ
ਇਹਦੀ ਜਿਹੜੀ ਡੋਮੇਨ ਆ ਉਹ ਆਰ ਹੈ। ਠੀਕ ਹੈ ਕਿ ਇੱਕ ਦੂਜੇ ਦੇ ਸਬਸੈਟ ਹੋ ਗਏ ਇਹਦਾ ਮਤਲਬ। ਤਾਂ ਅਸੀਂ ਇਹੀ ਲਿਖਿਆ ਹੋਇਆ ਹੈ ਕਲੀਅਰਲੀ ਰੇਂਜ ਆਫ ਐਫ ਇਜ਼ ਸਬਸੈਟ ਆਫ ਡੋਮੇਨ ਆਫ ਜੀ ਐਂਡ f and range of f is domain of f domain of is subset of domain of f and g। ठीक है कि ਇਹਦਾ ਮਤਲਬ ਆ ਸਾਰੇ ਜਿਹੜੇ f o g g o f f o f g g o g ਇਹ ਸਾਰੇ ਐਗਜ਼ਿਸਟ ਕਰਦੇ ਆ। ਤਾਂ g o f ਕਿੱਥੋਂ ਤੋਂ ਸਾਰੇ r to r ਹੋਣਗੇ। ਦੇਖੋ f ਦੀ ਵੈਲਿਊ r to r ਸੀਗਾ g r to r, ਤਾਂ g o f ਕੀ ਹੋ ਜਾਏਗਾ ਉਹ ਵੀ r to r ਹੋ ਜਾਏਗਾ। एफ ओ जी की हो जाएगा वो भी आर टू आर हो जाएगा। एफ ओ एफ तो आर टू आर होना ही सीगा, जी ओ जी भी आर टू आर होने, सारे ही आर टू आर होने। ठीक है कि इन्हों की हम वैल्यूज फाइंड करते हैं। जी ओ एफ एक्स तो ये की होएगा एफ पहला अंदर चलेगा, जी ऑफ एफ एक्स होगा। एफ एक्स की वैल्यू है साइन एक्स, एफ एक्स की थां ते असीं साइन एक्स लिखते हैं। हुण जी एक्स की वैल्यू एक्स स्क्वायर सी तो जी साइन एक्स की वैल्यू की हो जाएगी साइन एक्स का स्क्वायर, यानी इन्हों से साइन स्क्वायर एक्स भी कह सकते हैं ਜਾਂ साइन एक्स का होल स्क्वायर कह दे कोई गल। ਇਹਦੀ वैल्यू ਹੁਣ एफ ओ जी ਦੀ ਕੱਢੋ। एफ ओ जी एक्स की होएगा एफ ऑफ जी एक्स, जी अंदर चला गया। जी एक्स की वैल्यू की है एक्स स्क्वायर, जी एक्स की थां पे एक्स स्क्वायर लिखते ते एफ एक्स साइन एक्स सीगा ते एफ एक्स स्क्वायर की हो जाएगा साइन एक्स का स्क्वायर हो जाएगा। ਹੁਣ ਇੱਥੇ ਖਿਆਲ ਰੱਖਣਾ ਇਹ ਦੋਨੇ ਅੱਡ ਅੱਡ ਚੀਜ਼ਾਂ ਨੇ। साइन एक्स स्क्वायर ਹੋਰ ਚੀਜ਼ ਹੁੰਦੀ ਹੈ, साइन एक्स ਦਾ ਹੋਲ ਸਕੁਆयर ਹੋਰ ਚੀਜ਼ ਹੈ। साइन एक्स का होल स्क्वायर की है साइन स्क्वायर एक्स है, ये की है ये साइन एक्स का स्क्वायर है, यानी पहला एक्स का स्क्वायर करके फिर वह साइन फाइंड किया है। एच की है ये है साइन एक्स तो साइन एक्स दोनों साइन एक्स कढ़ लिया उन्होंने मल्टीप्लाई करता। जे मान लो साइन 30 का स्क्वायर कढ़ना तो साइन 30 इंटू साइन 30, साइन 30 की वैल्यू होंगी 1/2 इंटू 1/2 तो जाए जे असी साइन एक्स स्क्वायर फाइंड करना वह मतलब की है वो असी वह मतलब है भी असी साइन 30 का स्क्वायर फाइंड करना। 30 का स्क्वायर का मतलब की हो गया साइन 900 की वैल्यू फाइंड करनी, वो ये बराबर नहीं आएगी। ठीक है कि तो दो आर्डर चीज़ा ने आ है साइन स्क्वायर 30 यानी साइन 30 इंटू साइन 30। ठीक है कि आ है साइन एक्स स्क्वायर यानी 30 का स्क्वायर है, 30 का स्क्वायर करोगे तो 900 आ जाएगा, तो साइन 900 की वैल्यू फाइंड करनी है। ठीक है कि तो ये दो चीज़ा आपस में एक दूजे में बहुत फर्क है इन्होंने। अगे एफ ओ एफ एक्स, एफ ओ एफ हूँ एक एफ अंदर लै जाओ पहले, एफ एक्स की वैल्यू साइन एक्स है। हूँ क्योंकि एफ एक्स की वैल्यू साइन एक्स है तो एफ साइन एक्स की वैल्यू की हो जाएगी एक्स की थां पे साइन एक्स लेना होगा, साइन ऑफ साइन एक्स। ठीक है ना, साइन ऑफ साइन। इसी तरह जी ओ जी एक्स की हो जाएगा जी ऑफ जी एक्स, जी एक्स की वैल्यू एक्स स्क्वायर तो हम जी एक्स की है एक्स स्क्वायर, तो जे जी एक्स स्क्वायर फाइंड करना तो एक्स की थां एक्स स्क्वायर लिखा जाएगा, तो जी एक्स स्क्वायर की वैल्यू की हो जाएगी एक्स स्क्वायर का स्क्वायर। समझ लो ध्यान नाल दोबारा तो मैं एक बार कर दस जी एक्स की वैल्यू क्योंकि एक्स स्क्वायर है तो जे असी किसी भी होर चीज़ की वैल्यू है जी एक्स स्क्वायर की वैल्यू फाइंड करनी है तो एक्स की थां पर असी एक्स स्क्वायर लिखांगे, वह गां स्क्वायर पेगा। तो जे असी जी वाई की वैल्यू फाइंड करनी हो तो वाई का स्क्वायर पावांगे, जिवें एक्स की थां पर लिखी जानियां वैल्यूज़। आ चीज़ है जी एक्स की थां पे एक्स में रिप्लेस करेगी जो भी करेगी। ठीक है ना, थोड़ा कोई कहता भी जी एक्स की वैल्यू हैगी है जी एक्स स्क्वायर फाइंड करो जी 3x + 2 की वैल्यू, तो यह की होएगी 3x + 2 का स्क्वायर हो जाएगी। ठीक है, एक्स की थां पे आ जाना इतने जो भी कुछ है। हाँ जी, नैक्सट है साढ़े को verify associativity for the following 3 mappings f n to z0। z0 की होंगे set of non-zero integers and g की है z0 to q, q की होंगे rational number का set होंगे h q to r, q की है rational number, r की है real number। तो fx equals to 2x, gx equals to 1/x, h equals to e की पावर x। ਹੁਣ ਇਹ ਸਾਰੇ ਦੇਖ ਲਓ ਇੱਕ ਦੂਜੇ ਦੇ ਸਬਸੈਟ ਬਣ ਜਾਂਦੇ ਆ। ਇਹਦੀ ਜਿਹੜੀ ਰੇਂਜ ਆ ਉਹ ਇਹਦਾ ਸਬਸੈਟ ਹੋਏਗੀ, ਉਹੀ ਇਹਦਾ ਡੋਮੇਨ ਹੈ। ਇਹਦੀ ਜਿਹੜੀ ਰੇਂਜ ਹੈ ਉਹ ਜੀ ਇਹਦਾ ਕਿਊ ਦਾ ਸਬਸੈਟ ਹੋਏਗੀ, ਉਹੀ ਇਹਦਾ ਡੋਮੇਨ ਹੈ। ਠੀਕ ਹੈ ਕਿ ਤਾਂ ਐਫ ਦੇ ਨਾਲ ਜੀ ਲੱਗਣਾ, ਜੀ ਦੇ ਨਾਲ ਐਚ ਲੱਗਣਾ, ਤਾਂ ਇਹਨਾਂ ਦੀ ਇੱਕ ਦੂਜੇ ਨਾਲ ਇਸ ਤਰੀਕੇ ਨਾਲ ਜਿਹੜੀ ਰੇਂਜ ਆ ਉਹ ਜੁੜਨੀ ਚਾਹੀਦੀ। ਤਾਂ ਐਚ ਓ ਹੁਣ ਅਸੀਂ ਪ੍ਰੂਵ ਕੀ ਕਰਨਾ ਹੈ, ਪ੍ਰੂਵ करनी है एसोसिएटिविटी, यानी एच ओ जी ओ एफ एक्स की वैल्यू
ਇਹਨਾਂ ਨੂੰ ਅੱਡ ਕਰ ਲਓ, ਜੀ ਐਫ ਅੱਡ ਕਰ ਦਿਓ, ਯਾਨੀ ਇਹ 'ਚ ਜੀ ਓ ਐਫ ਦੇ ਮੂਹਰੇ ਐਚ ਲਾਇਆ ਸੀਗਾ, ਇੱਥੇ ਐਚ ਓ ਜੀ ਉਹਦੇ ਮਗਰਲੇ ਪਾਸੇ ਓ ਐਫ ਲਾ ਇਕੁਅਲ ਟੂ, ਯਾਨੀ ਇਹ 'ਚ ਪਹਿਲਾਂ ਇਹਨੂੰ ਅਸੀਂ ਕੈਲਕੂਲੇਟ ਕਰਾਂਗੇ, ਉਹਦੇ ਨਾਲ ਐਚ ਓ ਲਾਵਾਂਗੇ ਬਾਅਦ 'ਚ, ਇਹਦੇ 'ਚ ਐਚ ਓ ਜੀ ਫਾਈਂਡ ਕਰਕੇ ਉਹਦੇ ਮਗਰ ਫਿਰ ਓ ਐਫ ਮਗਰ ਲਾਵਾਂਗੇ। ਠੀਕ ਹੈ ਕਿ ਨਹੀਂ? ਇਸ ਤਰੀਕੇ ਨਾਲ ਅਸੀਂ ਕਰਨਾ ਹੈ। ਤਾਂ ਐਫ ਐਕਸ ਇਕੁਅਲ ਟੂ ਜੀ ਐਕਸ ਤੇ ਐਚ ਐਕਸ ਦੀ ਸਾਨੂੰ ਵੈਲਿਊ ਪਤਾ ਹੈ। ਅਸੀਂ ਪਹਿਲਾਂ ਲੈਫਟ ਹੈਂਡ ਸਾਈਡ ਦੇ ਵਿੱਚੋਂ ਜੀ ਓ ਐਫ ਐਕਸ ਦੀ ਵੈਲਿਊ ਫਾਈਂਡ ਕਰਦੇ ਹਾਂ। ਜੀ ਓ ਐਫ ਐਕਸ ਕਿਵੇਂ ਨਿਕਲੇਗਾ? ਜੀ ਆਫ ਐਫ ਐਕਸ, ਐਫ ਐਕਸ ਦੀ ਵੈਲਿਊ 2x, ਤਾਂ ਜੀ ਕੀ ਹੈ 1/x ਹੈ, ਤਾਂ ਜੀ 2x ਕੀ ਹੋ ਜਾਏਗਾ 1/2x ਹੋ ਜਾਏਗਾ, x ਦੀ ਥਾਂ ਤੇ 2x ਹੋ ਜਾਏਗਾ। ਤਾਂ ਹੁਣ ਅੱਗੇ ਐਚ ਓ ਲੈਫਟ ਹੈਂਡ ਸਾਈਡ ਹੁਣ ਦੇਖਦੇ ਹਾਂ, ਲੈਫਟ ਹੈਂਡ ਸਾਈਡ ਕੀ ਹੈ ਸਾਡੀ ਐਚ ਓ ਜੀ ਓ ਐਫ, ਐਚ ਓ ਜੀ ਓ ਐਫ। ਠੀਕ ਹੈ ਨਾ? ਇਹਦੀ ਵੈਲਿਊ ਹੁਣੇ ਕੱਢ ਕੇ ਆਏ ਆ ਅਸੀਂ, ਪਹਿਲਾਂ ਇਹਨੂੰ ਅੰਦਰ ਲਿਜਾਵਾਂਗੇ, ਐਚ ਜੀ ਓ ਐਫ ਐਕਸ ਅੰਦਰ ਲੈ ਜਾਵਾਂਗੇ। ਠੀਕ ਹੈ, ਤੇ ਜੀ ਓ ਐਫ ਐਕਸ ਦੀ ਹੁਣੇ ਵੈਲਿਊ ਫਾਈਂਡ ਕਰੀਏ 1/2x, ਤਾਂ ਐਚ ਜੇ ਫਾਈਂਡ ਕਰਨਾ ਹੈ ਤਾਂ ਐਚ ਕੀ ਹੈ e ਦੀ ਪਾਵਰ x ਹੈ, ਤਾਂ ਐਚ ਦੀ ਐਚ 1/2x ਕੀ ਹੋ ਜਾਏਗਾ e ਦੀ ਪਾਵਰ 1/2x, x ਦੀ ਥਾਂ ਤੇ 1/2x ਲਿਖਿਆ ਜਾਣਾ। ਠੀਕ ਹੈ ਕਿ ਐਸੇ ਤਰ੍ਹਾਂ ਜਦੋਂ ਰਾਈਟ ਹੈਂਡ ਸਾਈਡ ਕੱਢਣਾ ਤਾਂ ਉਹ 'ਚ ਪਹਿਲਾਂ ਇਹਦੀ ਵੈਲਿਊ ਫਾਈਂਡ ਕਰੋ, ਐਚ ਓ ਜੀ ਐਕਸ ਦੀ, ਐਚ ਓ ਜੀ ਐਕਸ ਦੀ, ਇਹ ਕੀ ਹੋ ਜਾਏਗਾ ਐਚ ਆਫ ਜੀ ਐਕਸ, ਦੋ ਤੁਹਾਨੂੰ ਕਰਕੇ ਫਾਈਂਡ ਕਰ ਲੈਣੇ ਜਿਹੜੇ ਸੀ, ਐਚ ਆਫ ਜੀ ਐਕਸ, ਤੇ ਜੀ ਐਕਸ ਕੀ ਹੈ 1/x, ਤੇ ਐਚ ਕੀ ਹੈ e ਦੀ ਪਾਵਰ x, ਤਾਂ ਇਹ 1 ਐਚ 1/x ਕੀ ਬਣ ਜੂਗੀ e ਦੀ ਪਾਵਰ 1/x। ਠੀਕ ਹੈ ਨਾ? ਤੇ ਰਾਈਟ ਹੈਂਡ ਸਾਈਡ ਸਾਡੀ ਕੀ ਸੀ ਕਿ ਐਚ ਓ ਜੀ ਓ ਐਫ ਐਕਸ, ਤਾਂ ਐਚ ਓ ਜੀ ਦੀ ਦੇ ਨਾਲ ਓ ਐਫ ਹੋਰ ਪਾ ਲਿਆ ਸੀ, ਤਾਂ ਪਹਿਲਾਂ ਐਫ ਅੰਦਰ ਜਾਏਗਾ, ਐਚ ਓ ਜੀ ਐਫ ਐਕਸ ਹੋ ਜਾਊਗਾ, ਐਫ ਐਕਸ ਦੀ ਵੈਲਿਊ ਕੀ ਹੈ 2x, ਐਫ ਐਕਸ ਦੀ ਥਾਂ ਤੇ ਆ ਗਿਆ 2x, ਐਚ ਓ ਜੀ ਹੁਣੇ ਕੱਢਿਆ 1/e ਦੀ ਪਾਵਰ 1/x, ਤਾਂ ਐਚ ਦੀ ਐਚ ਓ ਜੀ 2x ਕੀ ਹੋ ਜਾਊਗਾ e ਟੂ ਦਾ ਪਾਵਰ 1/2x। ਹੁਣ ਲੈਫਟ ਹੈਂਡ ਸਾਈਡ ਤੇ ਰਾਈਟ ਹੈਂਡ ਸਾਈਡ ਚੈੱਕ ਕਰੋ, ਇੱਕੋ ਜਿਹੇ ਆ ਗਏ ਕਿ ਨਹੀਂ? ਇੱਕੋ ਜਿਹੇ ਆ ਗਏ ਤਾਂ ਇਹਦਾ ਮਤਲਬ ਲੈਫਟ ਹੈਂਡ ਸਾਈਡ ਇਜ਼ ਇਕੁਅਲ ਟੂ ਰਾਈਟ ਹੈਂਡ ਸਾਈਡ। ਠੀਕ ਹੈ ਜੀ।